जिथै बाबा पैर तरे पूजाया सन थापन सोआ। जिथै बाबा पैर तरे पूजाया सन थापन सोआ। ਅਕਾਲ ਚੈਨਲ ਦੇਖ ਰਹੇ ਦਰਸ਼ਕਾਂ ਨੂੰ ਦਾਸ ਪਰਮਜੀਤ ਸਿੰਘ ਖਾਲਸਾ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦੇ ਸਾਹਮਣੇ ਅਕਾਲ ਚੈਨਲ ਵੱਲੋਂ ਜਿੱਥੇ ਬਾਬਾ ਪੈਰ ਧਰੇ ਪ੍ਰੋਗਰਾਮ ਲੈ ਕਰਕੇ ਹਾਜ਼ਰ ਹਾਂ, ਜਿਸ ਵਿੱਚ ਅੱਜ ਆਪ ਜੀ ਨੂੰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਦੇ ਦਰਸ਼ਨ ਕਰਵਾਉਣ ਜਾ ਰਹੇ ਹਾਂ, ਜਿਹੜਾ ਸਥਾਨ ਨਗਰ ਹਰੀਆਬਾਦ ਵਿਖੇ ਹੈ, ਜੋ ਫਗਵਾੜਾ ਦੇ ਬਿਲਕੁਲ ਨਜ਼ਦੀਕ ਹੈ। ਆਓ ਉੱਥੇ ਦੇ ਦਰਸ਼ਨ ਕਰਨ ਦੇ ਲਈ ਪਹੁੰਚਦੇ ਹਾਂ। ਆਪਾਂ ਜਿਸ ਜਗ੍ਹਾ ਖੜੇ ਹਾਂ ਇਹ ਫਗਵਾੜਾ ਤੋਂ ਨਕੋਦਰ ਨੂੰ ਜਾਣ ਵਾਲੀ ਰੋਡ ਹਰੀਆਬਾਦ ਪਿੰਡ ਦੇ ਬਿਲਕੁਲ ਨਜ਼ਦੀਕ ਹੈ। ਆਪ ਜੀ ਦੇਖ ਰਹੇ ਹੋ ਇਤਿਹਾਸਕ ਗੁਰਦੁਆਰਾ ਪਾਤਸ਼ਾਹੀ ਛੇਵੀਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਰੀਆਬਾਦ ਫਗਵਾੜਾ। ਇਹ ਗੁਰਦੁਆਰਾ ਸਾਹਿਬ ਬਿਲਕੁਲ ਰੋਡ ਦੇ ਨਜ਼ਦੀਕ ਹੈ, ਜਿੱਥੋਂ ਆਉਣ ਜਾਣ ਵਾਲੀਆਂ ਸੰਗਤਾਂ ਜੋ ਫਗਵਾੜਾ ਤੋਂ ਨਕੋਦਰ ਨੂੰ ਜਾਂਦੀਆਂ ਨੇ ਜਾਂ ਨਕੋਦਰ ਤੋਂ ਫਗਵਾੜਾ ਨੂੰ ਆਉਂਦੀਆਂ ਨੇ, ਉਹ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰ ਸਕਦੀਆਂ ਨੇ। ਬੇਅੰਤ ਸੰਗਤਾਂ ਲੰਘਦੀਆਂ ਹੋਈਆਂ ਇੱਥੋਂ ਦੇ ਦਰਸ਼ਨ ਕਰਦੀਆਂ ਵੀ ਨੇ। ਇਹ ਵੀ ਚਰਨ ਛੋਹ ਪ੍ਰਾਪਤ ਸਥਾਨ ਹੈ, ਜਿੱਥੇ ਆਣ ਕਰਕੇ ਵੱਡ ਯੋਧਾ ਵਹ ਪਰਉਪਕਾਰੀ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਇਸ ਸਥਾਨ ਨੂੰ ਪਵਿੱਤਰ ਕੀਤਾ। ਸੋ ਸੰਗਤਾਂ ਇਸ ਸਥਾਨ ਦੇ ਦਰਸ਼ਨ ਕਰਕੇ ਵੀ ਲਾਹਾ ਪ੍ਰਾਪਤ ਕਰਨਗੀਆਂ। ਹੁਣ ਆਪਾਂ ਉਸ ਸਥਾਨ ਦੇ ਦਰਸ਼ਨ ਕਰਾਂਗੇ ਜਿਸ ਸਥਾਨ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਪਵਿੱਤਰਤਾ ਬਖਸ਼ਿਸ਼ ਕੀਤੀ ਹੈ। ਤੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਬੜੀ ਕਿਰਪਾ ਕੀਤੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਇਸ ਸਥਾਨ ਤੇ ਆਣ ਕਰਕੇ ਜਿਵੇਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਚਰਨਾਂ ਦੀ ਛੋਹ ਬਖਸ਼ਿਸ਼ ਕੀਤੀ, ਉਸ ਸ਼ੋਅ ਦੇ ਕਾਰਨ ਹੀ ਉਸ ਪਵਿੱਤਰ ਧਰਤੀ ਨੂੰ ਇਸ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਕੀਤਾ ਪਵਿੱਤਰ ਕੀਤਾ ਹੈ, ਇਸ ਧਰਤੀ ਦੇ ਉੱਪਰ ਗੁਰਦੁਆਰਾ ਸਾਹਿਬ ਸੁਭਾਇਮਾਨ ਨੇ। ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ। ਆਓ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਸ ਸਥਾਨ ਨੂੰ ਪਵਿੱਤਰ ਕੀਤਾ ਉਸ ਸਥਾਨ ਦੇ ਦਰਸ਼ਨ ਕਰਦੇ ਹਾਂ ਜੀ। ਆਓ ਆਪ ਜੀ ਨੂੰ ਦਰਸ਼ਨ ਕਰਵਾਉਂਦੇ ਹਾਂ। ਇਹ ਪਵਿੱਤਰ ਸਥਾਨ ਦੇ ਉੱਪਰ ਜੋ ਸਤਿਗੁਰ ਸੱਚੇ ਪਾਤਸ਼ਾਹ ਗੁਰੂ ਘਰ ਦੀ ਮੰਜ਼ਿਲ ਬਣੀ ਹੋਈ ਹੈ, ਉਸ ਦੇ ਆਪ ਦੂਰੋਂ ਦਰਸ਼ਨ ਕਰ ਰਹੇ ਹੋ। ਬੜੀ ਹੀ ਸੁਹਾਵਣੀ ਔਰ ਸੁੰਦਰ ਇਮਾਰਤ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਸ਼ੋਭ ਰਹੀ ਹੈ, ਜਿੱਥੇ ਮੇਰੇ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਨੇ ਸ਼ਰਨ ਛੋਹ ਬਖਸ਼ ਕਰਕੇ ਇਸ ਸਥਾਨ ਨੂੰ ਪਵਿੱਤਰ ਕੀਤਾ। ਇਹ ਸਥਾਨ ਜੋ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦਾ ਪਵਿੱਤਰ ਸਥਾਨ ਹੈ, ਸੋ ਆਪ ਜੀ ਦਰਸ਼ਨ ਕਰ ਰਹੇ ਹੋ। ਬੜੇ ਹੀ ਸੁੰਦਰ ਸੁਹਾਵਨਾ ਸਥਾਨ ਹੈ ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਵਚਨ ਨੇ ਸਾ ਧਰਤੀ ਭਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਇਸ ਪਵਿੱਤਰ ਧਰਤੀ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਹਰਿਆਵਲ ਕਰ ਦਿੱਤਾ, ਜਿੱਥੇ ਆਣ ਕਰਕੇ ਮੇਰੇ ਪਾਤਸ਼ਾਹ ਜੀ ਨੇ ਚਰਨ ਪਾਏ ਨੇ। ਤੇ ਆਓ ਇਸ ਪਵਿੱਤਰ ਸਥਾਨ ਦੇ ਦਰਸ਼ਨ ਕਰਕੇ ਇਤਿਹਾਸਕ ਜਾਣਕਾਰੀ ਪ੍ਰਾਪਤ ਕਰਕੇ ਲਾਹਾ ਪ੍ਰਾਪਤ ਕਰਦੇ ਹਾਂ ਜੀ। ਗੁਰੂ ਹਰਗੋਬਿੰਦ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਿਨ੍ਹਾਂ ਨੇ ਸਾਡੇ ਤੇ ਬੜੀ ਹੀ ਬਖਸ਼ਿਸ਼ ਕੀਤੀ ਹੈ, ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ਹੀਦੀ ਤੋਂ ਉਪਰੰਤ ਸਤਿਗੁਰੂ ਗੁਰੂ ਹਰਗੋਬਿੰਦ ਮਹਾਰਾਜ ਜੀ ਗੁਰਤਾ ਗੁਰਗੱਦੀ ਤੇ ਵਿਰਾਜਮਾਨ ਹੋਏ, ਜਿਨ੍ਹਾਂ ਨੂੰ ਗੁਰਤਾ ਗੁਰਗੱਦੀ ਦਾ ਤਿਲਕ ਬਾਬਾ ਬੁੱਢਾ ਜੀ ਵੱਲੋਂ ਦਿੱਤਾ ਗਿਆ। ਔਰ ਉਸ ਸਮੇਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦੋ ਕਿਰਪਾਨਾਂ ਪਹਿਨੀਆਂ, ਇੱਕ ਮੀਰੀ ਔਰ ਇੱਕ ਪੀਰੀ ਦੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਦਰਸਾਉਣਾ ਕੀਤਾ ਵੀ ਜਿੱਥੇ ਪੀਰੀ ਭਾਵ ਜੋ ਭਗਤੀ ਹੈ
ਉਸ ਨੂੰ ਕਰਨ ਦੇ ਲਈ ਅੱਜ ਸ਼ਕਤੀ ਦੀ ਵੀ ਲੋੜ ਹੈ। ਉਹ ਸ਼ਕਤੀ ਨੂੰ ਨਾਲ ਭਗਤੀ ਦੇ ਜੋੜਿਆ ਹੈ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜੋ ਉਸ ਸਮੇਂ ਦੀ ਹਕੂਮਤ ਇਹੋ ਜਿਹਾ ਐਲਾਨ ਕਰ ਦਿੱਤਾ ਸੀ, ਕੋਈ ਵੀ ਮੁਸਲਮਾਨ ਤੋਂ ਬਗੈਰ ਸਿਰ ਦੇ ਉੱਪਰ ਦਸਤਾਰ ਨਹੀਂ ਸਜਾਏਗਾ, ਕੋਈ ਸਰੀਰ ਦੇ ਉੱਪਰ ਸ਼ਸਤਰ ਧਾਰਨ ਨਹੀਂ ਕਰੇਗਾ, ਕੋਈ ਘੋੜੇ ਦੀ ਸਵਾਰੀ ਨਹੀਂ ਕਰੇਗਾ, ਕੋਈ ਦਿੱਲੀ ਦੇ ਤਖਤ ਤੋਂ ਉੱਚਾ ਤਖਤ ਨਹੀਂ ਬਣਾਏਗਾ। ਤੇ ਮਹਾਰਾਜ ਜੀ ਨੇ ਕਿਰਪਾ ਕੀਤੀ। ਉਸ ਸਮੇਂ ਸਿੱਖ ਸੰਗਤਾਂ ਨੂੰ ਹੁਕਮਨਾਮੇ ਭੇਜੇ ਗਏ ਕਿ ਕੋਈ ਵੀ ਗੁਰਸਿੱਖ ਗੁਰੂ ਘਰ ਨੂੰ ਆਵੇ, ਅੱਜ ਧਨ ਦੀ ਲੋੜ ਨਹੀਂ, ਹਰੇਕ ਗੁਰਸਿੱਖ ਗੁਰੂ ਘਰ ਦੇ ਲਈ ਸ਼ਸਤਰ ਅਤੇ ਘੋੜੇ ਲੈ ਕਰਕੇ ਆਵੇ। ਜਿਹੋ ਜੀ ਜਿਹਦੀ ਵਿੱਤ ਸੀ, ਜਿੰਨੀ ਕੁ ਪੂੰਜੀ ਦਾ ਮਾਲਕ ਸੀ, ਕੋਈ ਘੋੜੇ ਲੈ ਕਰਕੇ ਆਇਆ, ਕੋਈ ਸ਼ਸਤਰ ਲੈ ਕਰਕੇ ਆਇਆ। ਔਰ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉੱਥੇ ਐਲਾਨ ਕੀਤਾ ਕਿ ਗੁਰੂ ਕਾ ਸਿੱਖ ਇੱਕ ਨਹੀਂ। ਉਹ ਇੱਕ ਦਸਤਾਰ ਦੀ ਗੱਲ ਕਰਦੇ ਨੇ ਕਿ ਗੁਰੂ ਕੇ ਸਿੱਖ ਦੋਹਰੀਆਂ ਤੇਹਰੀਆਂ ਦਸਤਾਰਾਂ ਸਜਾਇਆ ਕਰਨਗੇ। ਔਰ ਇੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਤਖਤ ਦੀ ਰਚਨਾ ਕੀਤੀ, ਜਿਸ ਤਖਤ ਨੂੰ ਨਾਮ ਦਿੱਤਾ ਗਿਆ ਅਕਾਲ ਤਖਤ ਸਾਹਿਬ, ਜੋ ਤਖਤ ਦਿੱਲੀ ਦੇ ਲਾਲ ਕਿਲੇ ਦੇ ਤਖਤ ਤੋਂ, ਦਿੱਲੀ ਦੇ ਲਾਲ ਕਿਲੇ ਦਾ ਤਖਤ 5 ਫੁੱਟ ਦਾ ਹੈ ਤੇ 7 ਫੁੱਟ ਦਾ 2 ਫੁੱਟ ਉੱਚਾ ਹੈ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਉਹ ਤਖਤ ਦੀ ਰਚਨਾ ਕਰਨ ਤੋਂ ਉਪਰੰਤ ਸਿੱਖ ਕੌਮ ਦਾ ਸਿਰਮੌਰ ਤਖਤ ਬਣਾ ਦਿੱਤਾ। ਔਰ ਉਸ ਤਖਤ ਤੋਂ ਹੀ ਸਿੱਖ ਕੌਮ ਦੇ ਅਨੇਕਾਂ ਹੀ ਫੈਸਲੇ, ਜਿੱਥੇ ਗੁਰੂ ਸਾਹਿਬਾਂ ਦੇ ਸਮੇਂ ਹੁੰਦੇ ਰਹੇ ਨੇ, ਅੱਜ ਵੀ ਹੁੰਦੇ ਨੇ। ਅੱਜ ਵੀ ਸਿੱਖ ਸੰਗਤਾਂ ਉਸ ਤਖਤ ਦੇ ਹੁਕਮ ਨੂੰ ਸਿਰ ਮੱਥੇ ਪ੍ਰਵਾਨ ਕਰਦੀਆਂ ਨੇ। ਇਹ ਬਖਸ਼ਿਸ਼ ਸਤਿਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਜੀ ਦੀ ਹੈ। 2 ਕਿਰਪਾਨਾਂ ਧਾਰਨ ਕੀਤੀਆਂ, ਭਗਤੀ ਤੇ ਸ਼ਕਤੀ ਨੂੰ ਜੋੜਿਆ। ਉੱਥੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਦਰਬਾਰ ਸਾਹਿਬ ਦੇ ਸਾਹਮਣੇ ਹੀ ਸ਼ਕਤੀ, ਜੋ ਅਕਾਲ ਤਖਤ ਸ਼ਕਤੀ ਦਾ ਪ੍ਰਤੀਕ ਹੈ, ਉਸ ਦੀ ਰਚਨਾ ਕੀਤੀ। ਭਗਤੀ ਦਾ ਪ੍ਰਤੀਕ ਜੋ ਹਰਮੰਦਰ ਸਾਹਿਬ ਦਰਬਾਰ ਸਾਹਿਬ ਹਨ, ਉਹਨਾਂ ਦੇ ਸਾਹਮਣੇ ਹੀ ਸ਼ਕਤੀ ਦੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਰਚਨਾ ਕਰਕੇ ਦਰਸਾਰ ਦਿੱਤਾ ਕਿ ਭਗਤੀ ਦੇ ਨਾਲ ਸ਼ਕਤੀ ਦੀ ਵੀ ਇਨਸਾਨ ਨੂੰ, ਗੁਰਸਿੱਖ ਨੂੰ ਜ਼ਰੂਰਤ ਹੈ। ਸੋ ਮਿਹਰਬਾਨੀ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਾਡੇ ਉੱਪਰ ਦਇਆ ਕਰਕੇ ਕੀਤੀ ਹੈ। ਆਪ ਜੀ ਇਸ ਸਥਾਨ ਤੇ ਪਹੁੰਚੇ ਹੋ, ਜੋ ਸਥਾਨ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ। ਬੜੀ ਕਿਰਪਾ ਹੈ ਮੇਰੇ ਪਾਤਸ਼ਾਹ ਜੀ ਦੀ। ਆਓ ਇੱਥੋਂ ਦੇ ਦਰਸ਼ਨ ਕਰਦੇ ਹਾਂ ਜੀ। ਕਿਸੇ ਵੀ ਇਤਿਹਾਸਕ ਸਥਾਨ ਦੀ ਪਵਿੱਤਰਤਾ, ਉਸ ਦੀ ਮਹੱਤਤਾ, ਉਸ ਦੀ ਇਤਿਹਾਸਕ ਜਾਣਕਾਰੀ ਦੇ ਪਿੱਛੇ ਛੁਪੀ ਹੁੰਦੀ ਹੈ। ਇਸੇ ਪ੍ਰਕਾਰ ਇਸ ਸਥਾਨ ਦੀ ਜੋ ਇਤਿਹਾਸਕ ਮਹੱਤਤਾ ਹੈ, ਉਹਦੇ ਪਿੱਛੇ ਹੀ ਇਸ ਸਥਾਨ ਦੀ ਮਹੱਤਤਾ ਪਿੱਛੇ ਛੁਪੀ ਹੋਈ ਹੈ। ਇਹ ਜਾਣਕਾਰੀ ਆਪਾਂ ਇਸੇ ਸਥਾਨ ਦੇ ਜੋ ਲੱਗੇ ਹੋਏ ਬੋਰਡ ਨੇ ਇਤਿਹਾਸਕ ਸਥਾਨ ਦੇ, ਉਸ ਤੋਂ ਪ੍ਰਾਪਤ ਕਰਾਂਗੇ। ਆਓ ਦੇਖਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਥੇ ਕਿੰਜ ਸਮਾਂ ਬਤੀਤ ਕੀਤਾ ਔਰ ਕਿਸ ਤਰੀਕੇ ਦੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਸ ਪਵਿੱਤਰ ਸਥਾਨ ਨੂੰ ਪਵਿੱਤਰ ਕੀਤਾ। ਮੇਰੀ ਪੀਰੀ ਦੇ ਮਾਲਕ, ਦੇਗ ਦੇ ਤੇਗ ਦੇ ਧਨੀ, ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਸ੍ਰੀ ਕਰਤਾਰਪੁਰ ਦੀ ਜੰਗ ਜਿੱਤਣ ਉਪਰੰਤ ਪਲਾਹੀ ਨਗਰ ਤੋਂ ਹੁੰਦੇ ਹੋਏ ਗੁਰੂ ਘਰ ਦੇ ਅਨੰਦ ਸ਼ਰਧਾਲੂ ਭਾਈ ਪਾਖਰ ਜੀ ਨੂੰ ਮੇਟਾ ਪਿੰਡ ਵਿਖੇ ਦਰਸ਼ਨ ਦੇ ਕੇ ਨਿਹਾਲ ਕਰਨ ਉਪਰੰਤ ਸਤਿਗੁਰੂ ਜੀ 3 ਜੁਲਾਈ 1634 ਈਸਵੀ ਨੂੰ ਹਰੀਆਬਾਦ ਨਗਰ ਵਿਖੇ ਆਣ ਵਿਸ਼ਰਾਮ ਕੀਤਾ। ਉਕਤ ਨਗਰ 12ਵੀਂ ਸਦੀ ਵਿੱਚ ਤੁਗਲਕ ਵੰਸ਼ ਨੇ ਵਸਾਇਆ ਸੀ ਤੇ ਇਸ ਦਾ ਪਹਿਲਾ ਨਾਮ ਸੀ ਤਕੀਆਬਾਦ। ਮੀਰੀ ਪੀਰੀ ਦੇ ਮਾਲਕ ਨੇ ਜਦੋਂ ਇਸ ਨਗਰ ਵਿਖੇ ਪਧਾਰੇ ਤਾਂ ਹਰੀਆਬਾਦ ਨਗਰ ਅਤੇ ਇਲਾਕਾ ਨਿਵਾਸੀ ਸ਼ਰਧਾਲੂਆਂ ਨੇ ਗੁਰੂ ਜੀ ਦੇ ਦਰਸ਼ਨਾਂ ਲਈ ਵਹੀਰਾਂ ਘੱਤ ਦਿੱਤੀਆਂ ਅਤੇ ਦਿਨ ਰਾਤ ਉਹਨਾਂ ਦੀ ਟਹਿਲ ਸੇਵਾ ਵਿੱਚ ਜੁਟ ਗਈਆਂ। ਇਸੇ ਹੀ ਸਮੇਂ ਦੌਰਾਨ ਕਰਤਾਰ ਦੀ ਐਸੀ ਮਰਜ਼ੀ ਹੋਈ ਕਿ ਗੁਰੂ ਕਾ ਲੰਗਰ ਅਤੁੱਟ ਵਰਤ ਰਿਹਾ ਸੀ ਕਿ ਨੇੜੇ ਹੀ ਝਿੜੀ ਵਿੱਚ ਰਹਿੰਦੇ ਸਾਧੂ ਨੇ ਲੰਗਰ ਛਕਣ ਦੇ ਬਹਾਨੇ ਗੁਰੂ ਜੀ ਦੀ ਪਰਖ ਖਾਤਰ ਆਪਣੀ ਚਿੱਪੀ ਵਿੱਚ ਲੰਗਰ ਪਵਾਇਆ ਤੇ ਕਹਿਣ ਲੱਗਾ, ਅਜੇ ਚਿੱਪੀ ਭਰੀ ਨਹੀਂ ਹੈ, ਹੋਰ ਪਾਊ। ਚਿੱਪੀ ਨਾ ਭਰਦੀ ਦੇਖ ਕਰਕੇ ਸੇਵਾਦਾਰ ਗੁਰੂ ਜੀ ਪਾਸ ਜਾ ਕਰਕੇ ਰਜੋਈ ਕੀਤੀ ਕਿ ਲੰਗਰ ਵਿੱਚ ਇੱਕ ਸਾਧੂ ਆਇਆ ਹੈ ਤੇ ਆਪਣੀ ਚਿੱਪੀ ਵਿੱਚ ਭੋਜਨ ਪਵਾਈ ਜਾ ਰਿਹਾ, ਪਰ ਚਿੱਪੀ ਭਰਦੀ ਹੀ ਨਹੀਂ। ਗੁਰੂ ਜੀ ਨੇ ਆਪਣੇ ਕਰ ਕਮਲਾਂ ਨਾਲ ਲੰਗਰ ਵਿੱਚ ਦਾ ਇੱਕ ਕਿਣਕਾ ਦੇ ਕਰਕੇ ਆਖਿਆ, ਇਹ ਉਸ ਦੀ ਚਿੱਪੀ ਵਿੱਚ ਪਾਓ। ਗੁਰੂ ਜੀ ਦੀ ਛੋਹ ਪ੍ਰਾਪਤ ਇਸ ਕਿਣਕੇ ਦੀ ਚਿੱਪੀ ਵਿੱਚ ਪੈਣ ਦੀ ਦੇਰ ਸੀ ਕਿ ਉਸ ਚਿੱਪੀ ਵਿੱਚੋਂ ਤਰ੍ਹਾਂ ਤਰ੍ਹਾਂ ਦੇ ਭੋਜਨ ਨਿਕਲਣ ਲੱਗ ਪਏ। ਜਦੋਂ ਸਾਧੂ ਖਾਣ ਲੱਗੇ ਤਾਂ ਚਿੱਪੀ ਬੰਦ ਹੋ ਜਾਵੇ। ਬੜੀ ਕੋਸ਼ਿਸ਼ ਕਰਨ ਦੇ ਬਾਵਜੂਦ ਸਾਧੂ ਭੋਜਨ ਨਾ ਖਾ ਸਕਿਆ। ਅਖੀਰ ਗੁਰੂ ਜੀ ਦੇ ਚਰਨਾਂ ਵਿੱਚ ਢਹਿ ਪਿਆ ਤੇ ਗੁਰੂ ਸਾਹਿਬ ਜੀ ਦੀ ਖੁਸ਼ੀ ਪ੍ਰਾਪਤ ਕੀਤੀ। ਅੱਜ ਵੀ ਗੁਰੂ ਘਰ ਦੀਆਂ ਸੰਗਤਾਂ ਤਨ ਮਨ ਤੇ ਧਨ ਦੇ ਨਾਲ ਸੇਵਾ ਕਰਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰ ਰਹੀਆਂ ਹਨ। ਇਹ ਜੋ ਮੌਜੂਦਾ ਇਮਾਰਤ ਹੈ,
ਇਸ ਦਾ ਨੀਂਹ ਪੱਥਰ 22 ਫੱਗਣ ਸੰਮਤ 2006 ਮਾਰਚ 1950 ਈਸਵੀ ਨੂੰ ਸਰਬ ਸ੍ਰੀ ਮਹੰਤ ਸਵਾਮੀ ਕਾਲੀ ਚਰਨ ਪਰਬਤ ਮੱਠ ਸਰਦਾਰ ਸੋਹਣ ਸਿੰਘ ਰਹੀਸ, ਬੂਟਾ ਸਿੰਘ ਟਵਾਲ, ਜੋਰਾ ਮੱਲ ਚੱਡਾ ਅਤੇ ਪ੍ਰਿੰਸੀਪਲ ਕਿਰਪਾਲ ਸਿੰਘ ਜੀ ਨੇ ਨੀਂਹ ਰੱਖੀ। ਗੁਰਦੁਆਰਾ ਪ੍ਰਬੰਧਕ ਕਮੇਟੀ ਪਾਤਸ਼ਾਹ ਛੇਵੀਂ ਨੇ ਹੋਣ ਵਾਲੀ ਇਮਾਰਤ ਲਗਾਤਾਰ ਮਿਹਨਤ ਤੇ ਸੰਗਤਾਂ ਦੇ ਸਹਿਯੋਗ ਨਾਲ ਬਣਾਈ ਹੈ। ਸੰਗਤਾਂ ਦੀ ਸੁਵਿਧਾ ਲਈ ਲੰਗਰ ਦੀ ਇਮਾਰਤ ਤਿਆਰ ਕੀਤੀ ਗਈ ਹੈ। ਇਸੇ ਪ੍ਰਕਾਰ ਹਰੇਕ ਪ੍ਰਕਾਰ ਦੀ ਸੁਵਿਧਾ ਨੂੰ ਦੇਖਦਿਆਂ ਹੋਇਆਂ ਬੜਾ ਸੁੰਦਰ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਦਰਬਾਰ ਬਣੇ ਹੋਏ ਨੇ। ਗੁਰੂ ਕੇ ਲੰਗਰ ਦੀ ਇਮਾਰਤ ਬਣੀ ਹੋਈ ਹੈ। ਹਰੇਕ ਤਰ੍ਹਾਂ ਦਾ ਪ੍ਰਬੰਧ ਕੀਤਾ ਗਿਆ ਹੈ। ਹੁਣ ਆਪ ਜੀ ਇਸ ਸਥਾਨ ਪਵਿੱਤਰ ਸਥਾਨ ਜੋ ਗੁਰਦੁਆਰਾ ਪਾਤਸ਼ਾਹ ਛੇਵੀਂ ਹਰੀਆਬਾਦ ਵਿਖੇ ਹੈ, ਉੱਥੋਂ ਦੇ ਜੋ ਮੁੱਖ ਸੇਵਾਦਾਰ ਹੈੱਡ ਗ੍ਰੰਥੀ ਦੀ ਡਿਊਟੀ ਕਰਦੇ ਨੇ, ਉਹਨਾਂ ਦੇ ਨਾਲ ਆਪਾਂ ਵਿਚਾਰਾ ਕਰਾਂਗੇ। ਸਭ ਤੋਂ ਪਹਿਲੋਂ ਮੈਂ ਕਾਲ ਚੈਨਲ ਵੱਲੋਂ ਭਾਈ ਸਾਹਿਬ ਜੀ ਆਪ ਜੀ ਨੂੰ ਫਤਿਹ ਬੁਲਾਉਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਦਾ ਸ਼ੁਭ ਨਾਮ ਕੀ ਹੈ ਭਾਈ ਸਾਹਿਬ ਜੀ? ਰਵਿੰਦਰ ਸਿੰਘ ਜੀ। ਰਵਿੰਦਰ ਸਿੰਘ ਜੀ। ਭਾਈ ਸਾਹਿਬ ਜੀ ਇੱਥੇ ਗੁਰੂ ਘਰ ਦੇ ਵਿੱਚ ਮੁੱਖ ਗ੍ਰੰਥੀ ਦੀ ਸੇਵਾ ਕਰਦੇ ਨੇ। ਤਾਂ ਭਾਈ ਸਾਹਿਬ ਜੀ ਇੱਥੇ ਦੇ ਇਤਿਹਾਸ ਦੀ ਥੋੜ੍ਹੀ ਬਹੁਤੀ ਜਾਣਕਾਰੀ ਦੇਣਗੇ। ਇਹ ਪਾਵਨ ਸਥਾਨ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਹੈ। ਜਦੋਂ ਇੱਥੇ ਗੁਰੂ ਸਾਹਿਬ ਆਏ, ਗੁਰਦੁਆਰਾ ਸਾਹਿਬ ਦੇ ਨਾਲ ਹੀ ਇੱਕ ਮੰਦਿਰ ਹੈ ਜਿਹਨੂੰ ਪਾਠਸ਼ਾਲਾ ਕਿਹਾ ਜਾਂਦਾ ਹੈ। ਜਦੋਂ ਸਤਿਗੁਰੂ ਆਏ, ਸੰਗਤਾਂ ਆਈਆਂ ਨਾਲ, ਇੱਥੇ ਲੰਗਰ ਲਗਾਇਆ ਗਿਆ ਸਾਰੀਆਂ ਸੰਗਤਾਂ ਦੇ ਵਾਸਤੇ। ਨਾਲ ਹੀ ਜੋ ਮੰਦਿਰ ਹੈ ਉੱਥੇ ਸਾਧੂ ਰਹਿੰਦੇ ਸਨ। ਸਾਧੂਆਂ ਨੇ ਗੁਰੂ ਸਾਹਿਬ ਦੀ ਪ੍ਰੀਖਿਆ ਕਰਨ ਦੇ ਲਈ ਇੱਕ ਚਿੱਪੀ ਨੂੰ ਮੰਤਰ ਮਾਰ ਕੇ ਇੱਕ ਸਾਧੂ ਨੂੰ ਭੇਜਿਆ ਕਿ ਜਾ ਤੂੰ ਲੰਗਰ ਪਾ ਕੇ ਲਿਆਈ। ਜਦੋਂ ਜਿਉਂ ਸੇਵਾਦਾਰ ਲੰਗਰ ਪਾਉਣਗੇ ਚਿੱਪੀ ਦੇ ਵਿੱਚ ਤੇ ਇਹ ਚਿੱਪੀ ਭਰੇਗੀ ਨਹੀਂ, ਤੇ ਜੋ ਉੱਥੇ ਸੰਗਤਾਂ ਹੋਣਗੀਆਂ ਦੇਖ ਕੇ ਹੈਰਾਨ ਹੋਣਗੀਆਂ ਤੇ ਸਤਿਗੁਰਾਂ ਦੀ ਜਾਂ ਸੰਗਤਾਂ ਦੀ ਨਰਾਦਰੀ ਹੋਵੇਗੀ। ਇਹ ਉਹਨਾਂ ਨੇ ਸਮਝ ਕੇ ਉਹ ਸਾਧੂ ਨੂੰ ਭੇਜਿਆ। ਜਦੋਂ ਸਾਧੂ ਆਇਆ ਲੰਗਰ ਚੱਲਦੇ ਦੇ ਵਿੱਚ, ਉਸਨੇ ਆਪਣੀ ਚਿੱਪੀ ਅੱਗੇ ਕੀਤੀ ਲੰਗਰ ਪਾਉਣ ਲਈ। ਸਿੰਘਾਂ ਨੇ ਲੰਗਰ ਪਾਇਆ, ਕਾਫੀ ਲੰਗਰ ਪਾ ਦਿੱਤਾ। ਜਦੋਂ ਚਿੱਪੀ ਨਾ ਭਰਦੀ ਦੇਖ ਕੇ ਲੰਗਰ ਖਤਮ ਹੋਣ ਲੱਗਾ ਤੇ ਸਿੱਖਾਂ ਨੇ ਜਾ ਕੇ ਗੁਰੂ ਸਾਹਿਬ ਨੂੰ ਬੇਨਤੀ ਕੀਤੀ ਕਿ ਸਤਿਗੁਰੂ, ਇਹ ਨਾਲ ਹੀ ਝਿੜੀ ਦੇ ਵਿੱਚੋਂ ਕੋਈ ਸਾਧੂ ਆਇਆ ਚਿੱਪੀ ਲੈ ਕੇ ਲੰਗਰ ਪਵਾਉਣ ਦੇ ਲਈ। ਅਸੀਂ ਲੰਗਰ ਪਾਉਂਦੇ ਹਾਂ, ਚਿੱਪੀ ਭਰਦੇ ਨਹੀਂ, ਪਤਾ ਨਹੀਂ ਕੀ ਗੱਲ ਹੈ। ਸਾਨੂੰ ਇੰਜ ਲੱਗਦਾ ਹੈ ਕਿ ਉਸ ਮਹਾਤਮਾ ਨੇ ਕੁਝ ਕਰਾਮਾਤ ਕੀਤੀ ਹੋਈ ਹੈ। ਸਤਿਗੁਰਾਂ ਨੇ ਕਹਿੰਦੇ ਨੇ ਕਿ ਇੱਕ ਚੌਲ ਦਾ ਦਾਣਾ ਲਿਆ ਤੇ ਕੁਝ ਜਾਪ ਕੀਤਾ ਤੇ ਕਿਹਾ ਸਿੰਘਾਂ ਨੂੰ ਜਾ ਕੇ ਚਿੱਪੀ ਵਿੱਚ ਪਾ ਦਿਓ। ਜਦੋਂ ਹੀ ਉਹ ਸਿੰਘ ਨੇ ਚਿੱਪੀ ਵਿੱਚ ਚੌਲ ਦਾ ਦਾਣਾ ਪਾਇਆ ਤੇ ਉਹ ਚਿੱਪੀ ਇੱਕਦਮ ਭਰ ਗਈ। ਤੇ ਹੁਣ ਜਦੋਂ ਚਿੱਪੀ ਵਾਪਸ ਸਾਧੂ ਲੈ ਕੇ ਗਿਆ, ਹੁਣ ਜਦੋਂ ਮਹਾਤਮਾ ਉੱਥੋਂ ਦਾ ਮੇਨ ਸੀ, ਜਦੋਂ ਉਸਨੇ ਚਿੱਪੀ ਦੇਖੀ ਭਰੀ, ਜਦੋਂ ਪਦਾਰਥ ਕੱਢੇ ਅੰਦਰੋਂ, ਉਹ ਪਦਾਰਥ ਹੱਥ ਨਾ ਆਵੇ ਉਹਦੇ, ਤੇ ਉਹ ਸਮਝ ਗਿਆ ਕਿ ਇਹ ਕੋਈ ਪਹੁੰਚੀ ਹੋਈ ਮਹਾਤਮਾ ਨੇ ਤੇ ਮੇਰੇ ਕੋਲੋਂ ਗਲਤੀ ਹੋ ਗਈ। ਫਿਰ ਉਹ ਮਹਾਤਮਾ ਆਪਣੇ ਚੇਲਿਆਂ ਸਮੇਤ ਗੁਰੂ ਸਾਹਿਬ ਦੇ ਚਰਨਾਂ ਵਿੱਚ ਆਇਆ, ਮੱਥਾ ਟੇਕਿਆ ਤੇ ਮਾਫੀ ਮੰਗੀ। ਤੇ ਸਤਿਗੁਰਾਂ ਨੇ ਉਹਨੂੰ ਉਪਦੇਸ਼ ਦਿੱਤਾ ਕਿ ਕਰਾਮਾਤ ਨਹੀਂ ਦਿਖਾਉਣੀ ਚਾਹੀਦੀ। ਕਰਾਮਾਤ ਕਹਿਣ ਦਾ ਨਾਂ ਹੈ ਲੋਕਾਂ ਨੂੰ ਪਰਮਾਤਮਾ ਦੇ ਨਾਲ ਜੋੜੋ। ਜੋ ਤੁਸੀਂ ਭੇਸ ਬਣਾਇਆ ਸਾਧੂ, ਭੇਸ ਨੂੰ ਸਹੀ ਉਹਦਾ ਇਸਤੇਮਾਲ ਕਰੋ। ਤੇ ਸਤਿਗੁਰਾਂ ਨੇ ਉਪਦੇਸ਼ ਦਿੱਤਾ ਉੱਥੋਂ। ਫਿਰ ਇੱਥੇ ਹੁਣ ਲਗਾਤਾਰ ਸੰਗਤਾਂ ਆਉਂਦੀਆਂ ਨੇ ਦਿਨ ਰਾਤ, ਜੋ ਵੀ ਸਰਦਾ ਭਾਵਨਾ ਕਰਕੇ ਇੱਥੇ ਅਰਦਾਸ ਕਰਦੇ ਨੇ, ਉਹਨਾਂ ਦੀਆਂ ਮਨੋਕਾਮਨਾਵਾਂ ਸੰਪੂਰਨ ਹੁੰਦੀਆਂ ਹਨ। ਸਤਿਗੁਰਾਂ ਦੀ ਬੜੀ ਬੇਅੰਤ ਕਿਰਪਾ ਇਸ ਸਥਾਨ 'ਤੇ। ਭਾਈ ਸਾਹਿਬ ਜੀ, ਇਸ ਸਥਾਨ 'ਤੇ ਜੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨ ਛੋਹ ਪ੍ਰਾਪਤ ਸਥਾਨ ਹੈ, ਇਸ ਦਾ ਪ੍ਰਬੰਧ ਕਿੱਥੋਂ ਦੀ ਕਮੇਟੀ ਕਰ ਰਹੀ ਹੈ? ਇੱਥੋਂ ਦੀ ਲੋਕਲ ਹੈ ਕਿ ਕੋਈ ਸ਼੍ਰੋਮਣੀ ਕਮੇਟੀ ਇਸ ਦਾ ਪ੍ਰਬੰਧ ਕਰ ਰਹੀ ਹੈ? ਲੋਕਲ ਕਮੇਟੀ ਆ ਜੀ, ਪਿੰਡ ਦੀ ਹੀ। ਤੋ ਇੱਥੋਂ ਦੇ ਪ੍ਰਬੰਧਕ ਜਿਹੜੇ ਸਾਰਾ ਪ੍ਰਬੰਧ ਕਰਦੇ ਨੇ, ਉਸ ਨੂੰ ਬੜੇ ਸੁਚੱਜੇ ਢੰਗ ਦੇ ਨਾਲ ਅਸੀਂ ਦੇਖ ਰਹੇ ਹਾਂ ਚਲਾਉਂਦੇ ਨੇ। ਤੇ ਇੱਥੇ ਸਾਰੇ ਹੀ ਗੁਰਪੁਰਬ ਜਿਹੜੇ ਨੇ ਉਹ ਮਨਾਏ ਜਾਂਦੇ ਨੇ, ਜਾਂ ਕਿਹੜੇ ਦਿਹਾੜੇ ਇੱਥੇ ਜਿਹੜੇ ਨੇ ਮਨਾਏ ਜਾਂਦੇ ਨੇ? ਵੈਸੇ ਤਾਂ ਸਾਰੇ ਹੀ ਗੁਰਪੁਰਬ ਮਨਾਏ ਜਾਂਦੇ ਨੇ, ਪਰ ਖਾਸ ਕਰਕੇ 6ਵੇਂ ਪਾਤਸ਼ਾਹ ਦਾ ਤੇ ਪਹਿਲੇ ਗੁਰੂ ਨਾਨਕ ਪਾਤਸ਼ਾਹ ਜੀ ਦਾ ਤੇ 10ਵੇਂ ਪਾਤਸ਼ਾਹ ਦਾ ਖਾਸ ਕਰਕੇ ਉਚੇਜੇ ਤੌਰ 'ਤੇ ਮਨਾਇਆ ਜਾਂਦਾ ਹੈ। ਤੇ ਭਾਈ ਸਾਹਿਬ ਜੀ, ਇਸ ਗੁਰੂ ਘਰ ਦੇ ਨਾਲ ਕੋਈ ਜ਼ਮੀਨ ਜਾਇਦਾਦ ਹੋਰ ਵੀ ਹੈ? ਹਾਂਜੀ, 7 ਕੁ ਕਿੱਲੇ ਜ਼ਮੀਨ ਨੇ ਜੋ ਸੰਗਤਾਂ ਵੱਲੋਂ ਹੀ ਦਾਨ ਦਿੱਤੇ ਗਏ ਨੇ, ਕੋਈ ਜੱਦੀ ਪੁੱਛੀ ਨਹੀਂ ਹੈ ਜੀ। ਤੇ ਜਿਹੜੇ ਇੱਥੇ ਸਵੇਰੇ ਸ਼ਾਮ ਦੀਵਾਨ ਸਜਦੇ ਨੇ, ਦੋਨੋਂ ਸਮੇਂ ਕੀਰਤਨ ਹੁੰਦਾ ਹੈ ਕਿ? ਹਾਂਜੀ, ਦੋਨੋਂ ਸਮੇਂ ਹੁੰਦਾ ਹੈ ਜੀ। ਤੇ ਹੋਰ ਨਿਤਨੇਮ ਸਵੇਰੇ ਸ਼ਾਮ ਰੋਜ਼ਾਨਾ ਆਪ ਜੀ ਸੇਵਾ ਨਿਭਾਉਂਦੇ ਹੋ, ਕੋਈ ਹੋਰ ਵੀ ਪ੍ਰੋਗਰਾਮ ਲਿਖਿਆ ਹੋਇਆ ਕਿ ਨਹੀਂ? ਨਹੀਂ ਜੀ, ਸ਼ਾਮ ਸਵੇਰ ਦਾ ਨਿਤਨੇਮ ਤੋਂ ਇਲਾਵਾ
ਜਦੋਂ ਸੰਗਰਾਂਦ ਦਾ ਪੂਰਮ ਹੁੰਦਾ ਹੈ ਉਦੋਂ ਖਾਸ ਕਰਕੇ ਦੀਵਾਨ ਸਜਾਏ ਜਾਂਦੇ ਨੇ, ਅਤੇ ਬਾਕੀ ਕੋਈ ਗੁਰਪੁਰਬ ਜਾਂ ਭਗਤ ਜਨਾਂ ਦਾ ਕੋਈ ਜਨਮ ਦਿਹਾੜਾ ਆਵੇ ਉਦੋਂ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ। ਸੋ ਇਹ ਭਾਈ ਸਾਹਿਬ ਜੀ ਆਪ ਜੀ ਨੂੰ ਜਾਣਕਾਰੀ ਦੇਵਾਂ, ਇਹ ਪ੍ਰੋਗਰਾਮ ਜਿੱਥੇ ਬਾਬਾ ਪੈਰ ਧਰੇ ਅਕਾਲ ਚੈਨਲ ਵੱਲੋਂ ਤਿਆਰ ਕੀਤਾ ਜਾ ਰਿਹਾ ਹੈ, ਔਰ ਇਹ ਸਾਰਾ ਹੀ ਪ੍ਰੋਗਰਾਮ ਇੰਗਲੈਂਡ ਤੇ ਯੂਰਪ ਦੀ ਧਰਤੀ ਤੇ ਸੰਗਤਾਂ ਨੂੰ ਦਿਖਾਇਆ ਜਾਂਦਾ ਹੈ। ਸੰਗਤਾਂ ਇਸ ਨੂੰ ਦੇਖ ਕਰਕੇ ਵੱਖ-ਵੱਖ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਨ ਦੀ ਚਾਹਵਾਨ ਹੁੰਦੀਆਂ ਨੇ ਤੇ ਨਾਲ ਹੀ ਉੱਥੋਂ ਦੀ ਜਾਣਕਾਰੀ ਪ੍ਰਾਪਤ ਕਰਦੀਆਂ ਨੇ। ਆਪ ਜੀ ਅਕਾਲ ਚੈਨਲ ਵੱਲੋਂ ਕੀਤੇ ਜਾ ਰਹੇ ਇਸ ਉਪਰਾਲੇ ਨੂੰ ਕਿੰਨਾ ਕੁ ਵਧੀਆ ਸਮਝਦੇ ਹੋ? ਮੈਂ ਕਹਿੰਦਾ ਬਹੁਤ ਹੀ ਚੰਗੀ ਗੱਲ ਹੈ ਜੋ ਪੰਜਾਬ ਦੇ ਵਿੱਚ ਧਾਰਮਿਕ ਸਥਾਨ ਨੇ ਗੁਰੂ ਸਾਹਿਬਾਂ ਦੇ, ਉਹਨਾਂ ਨੂੰ ਬਾਹਰ ਦੇ ਬੱਚਿਆਂ ਨੂੰ ਉੱਥੋਂ ਦੇ ਜੋ ਵੀਰ ਰਹਿ ਰਹੇ ਨੇ, ਜੋ ਨਵੀਂ ਜਨਰੇਸ਼ਨ ਹੈ ਉਹਨਾਂ ਨੂੰ ਦਿਖਾਇਆ ਜਾਂਦਾ ਹੈ। ਬਹੁਤ ਹੀ ਵਧੀਆ ਉਪਰਾਲਾ ਹੈ। ਮੈਂ ਬਹੁਤ ਹੀ ਧੰਨਵਾਦੀ ਹਾਂ ਅਕਾਲ ਚੈਨਲ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ। ਸਤਿਗੁਰੂ ਜੀ ਇਹਨਾਂ ਨੂੰ ਸਮਤ ਬਖਸ਼ਿਸ਼ ਕਰਨ, ਇਸੇ ਤਰ੍ਹਾਂ ਇਹ ਪੰਥ ਦੀ ਸੇਵਾ ਕਰਦੇ ਰਹਿਣ। ਤੇ ਭਾਈ ਸਾਹਿਬ ਜੀ ਮੈਂ ਬੇਨਤੀ ਕਰਾਂਗਾ ਵੀ ਆਖਰ ਦੇ ਵਿੱਚ ਆਪ ਕੋਈ ਉੱਥੋਂ ਦੀ ਸੰਗਤ, ਵਿਦੇਸ਼ਾਂ ਦੀ ਜੋ ਸੰਗਤ ਹੈ ਉਹਨਾਂ ਨੂੰ ਕੋਈ ਆਪਣੇ ਵੱਲੋਂ ਸੁਨੇਹਾ ਦੇਣਾ ਚਾਹੋਗੇ ਵੀ ਕਿਸ ਪ੍ਰਕਾਰ ਬੱਚਿਆਂ ਨੂੰ ਗੁਰੂ ਘਰ ਦੇ ਨਾਲ ਜੋੜ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਨੇ? ਮੈਂ ਇਹ ਸੁਨੇਹਾ ਦੇਵਾਂਗਾ ਕਿ ਜੋ ਪਹਿਲੇ ਇੱਥੋਂ ਗਏ ਹਨ ਉਹ ਸਾਰੇ ਇੱਥੋਂ ਹੀ ਗਏ ਨੇ ਅਤੇ ਗਾਂ ਉੱਥੋਂ ਜੋ ਵੀ ਜਨਰੇਸ਼ਨ ਹੈ ਉੱਥੋਂ ਦੀ ਹੈ, ਅਤੇ ਮੈਂ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਆਪਣੇ ਪੰਜਾਬ ਵਿੱਚ ਆਉਣ, ਉਹਨਾਂ ਨੂੰ ਆਪਣੇ ਵਿਰਸੇ ਨਾਲ ਜੋੜਨ ਦਾ ਯਤਨ ਕਰਨ, ਉਹਨਾਂ ਨੂੰ ਆਪਣੇ ਪਿੰਡ, ਆਪਣੇ ਧਾਰਮਿਕ ਸਥਾਨ ਦਿਖਾਉਣ ਤਾਂ ਜੋ ਬੱਚੇ ਇਸ ਪ੍ਰੇਰਨਾ ਲੈ ਕੇ ਇਸ ਧਰਤੀ ਦੇ ਨਾਲ ਜੁੜੇ ਰਹਿਣ। ਸੋ ਭਾਈ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੈ। ਆਪ ਜੀ ਨੇ ਸਾਨੂੰ ਇੱਥੋਂ ਦੀ ਬਾਰੇ ਜਾਣਕਾਰੀ ਦਿੱਤੀ। ਸੋ ਆਸ ਕਰਦੇ ਹਾਂ ਇਸੇ ਪ੍ਰਕਾਰ ਆਪ ਜੀ ਜੋ ਸੇਵਾ ਨਿਭਾਉਂਦੇ ਹੋ, ਸੇਵਾ ਨਿਭਾਉਂਦੇ ਰਹੋਗੇ। ਅਕਾਲ ਚੈਨਲ ਵੱਲੋਂ, ਸਾਰੀ ਪ੍ਰਬੰਧਕ ਟੀਮ ਵੱਲੋਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਕੀਤਾ ਜਾਂਦਾ। ਹੁਣ ਅਸੀਂ ਗੁਰਦੁਆਰਾ ਪਾਤਸ਼ਾਹੀ 6ਵੀਂ ਹਦੀਆਬਾਦ ਦੀ ਇਮਾਰਤ ਦੇ ਬਿਲਕੁਲ ਉੱਪਰਲੀ ਛੱਤ 'ਤੇ ਖੜ੍ਹੇ ਹਾਂ, ਜਿੱਥੋਂ ਮੇਰੇ ਪਿਛਲੇ ਪਾਸੇ ਆਪ ਜੀ ਦੇਖ ਰਹੇ ਹੋਵੋਗੇ ਉਹ ਮੰਦਿਰ ਨਜ਼ਰ ਆ ਰਿਹਾ ਹੈ, ਜਿਸ ਬਾਰੇ ਇਤਿਹਾਸ ਦੇ ਵਿੱਚ ਜ਼ਿਕਰ ਕੀਤਾ ਗਿਆ ਹੈ। ਆਪ ਜੀ ਨੇ ਗ੍ਰੰਥੀ ਸਾਹਿਬਾਨ ਪਾਸੋਂ ਵੀ ਸਰਵਣ ਕੀਤਾ ਸੀ ਕਿ ਇਸ ਮੰਦਿਰ ਦੇ ਵਿੱਚ ਕੋਈ ਸਾਧੂ ਰਿਹਾ ਕਰਦੇ ਸਨ, ਉਹਨਾਂ ਨੇ ਇੱਥੇ ਲੰਗਰ ਵਰਤ ਰਿਹਾ ਸੀ ਤੇ ਲੰਗਰ ਦੇ ਵਿੱਚ ਚਿੱਪੀ ਭੇਜੀ ਹੈ ਆਪਣੇ ਵੱਲੋਂ, ਜੋ ਚਿੱਪੀ ਭਰਦੀ ਨਹੀਂ ਸੀ। ਬਾਅਦ ਦੇ ਵਿੱਚ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇੱਕ ਗੁਰੂ ਕੇ ਲੰਗਰ ਦਾ ਕਿਣਕਾ ਪਾਇਆ, ਚਿੱਪੀ ਭਰ ਗਈ, ਪਰ ਉਹ ਸਾਧੂ ਉਸ ਲੰਗਰ ਨੂੰ ਛਕ ਨਹੀਂ ਸਕੇ। ਬਿਲਕੁਲ ਪਿਛਲੇ ਪਾਸੇ ਉਹ ਮੰਦਿਰ ਦੇਖ ਰਹੇ ਹੋ ਤੇ ਹੁਣ ਆਪ ਜੀ ਦੇਖ ਰਹੇ ਹੋ ਮੇਰੇ ਸੱਜੇ ਪਾਸੇ ਵਾਲੇ ਪਾਸੇ ਜੋ ਗੁਰੂ ਘਰ ਦੇ ਗੁੰਮਦ ਨੇ, ਇਸੇ ਸਥਾਨ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਦਰਬਾਰ ਹਾਲ ਹੈ। ਇਸੇ ਪ੍ਰਕਾਰ ਆਪ ਜੀ ਇਰਦ ਗਿਰਦ ਵੀ ਦੇਖ ਰਹੇ ਹੋਵੋਗੇ ਤੇ ਸਾਹਮਣੇ ਆਪ ਜੀ ਨਕੋਦਰ ਤੋਂ ਫਗਵਾੜਾ ਜਾਣ ਵਾਲਾ ਰੋਡ ਬੜੇ ਵਧੀਆ ਤਰੀਕੇ ਦੇ ਨਾਲ ਨਜ਼ਰ ਆ ਰਿਹਾ ਹੈ, ਜਿਸ ਦੇ ਉੱਪਰੋਂ ਅਨੇਕਾਂ ਹੀ ਵਾਹਨ ਜਿਹੜੇ ਨੇ ਜਾ ਰਹੇ ਨੇ। ਇਹ ਰੋਡ ਦੇ ਉੱਪਰ ਬਿਲਕੁਲ ਨਜ਼ਦੀਕ ਹੀ ਗੁਰਦੁਆਰਾ ਸਥਿਤ ਹੈ, ਜਿੱਥੇ ਆਣ ਕਰਕੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸੰਗਤਾਂ ਦਰਸ਼ਨ ਕਰਦੀਆਂ ਨੇ। ਅਨੇਕਾਂ ਹੀ ਸੰਗਤਾਂ ਦੂਰੋਂ ਨੇੜਿਆਂ ਜੋ ਸੜਕ ਦੇ ਉੱਪਰੋਂ ਜਾਂਦੀਆਂ ਨੇ ਉਹ ਵੀ ਜਾਂਦੇ ਵਕਤ ਇਸ ਇਤਿਹਾਸਕ ਸਥਾਨ ਦੇ ਦਰਸ਼ਨ ਕਰਦੀਆਂ ਨੇ। ਸੋ ਮੈਂ ਕਹਿਣਾ ਚਾਹਾਂਗਾ ਸਿੱਖ ਸੰਗਤ ਵੱਧ ਤੋਂ ਵੱਧ ਆਣ ਕਰਕੇ ਇਸ ਸਥਾਨ ਦੇ ਦਰਸ਼ਨ ਕਰੇ, ਆਪ ਆਵੇ, ਆਪਣੇ ਬੱਚਿਆਂ ਨੂੰ ਲੈ ਕਰਕੇ ਆਓ ਤੇ ਉਹਨਾਂ ਦੇ ਨਾਲ ਇੱਥੋਂ ਦੀ ਇਤਿਹਾਸਕ ਜਾਣਕਾਰੀ ਸਾਂਝੀ ਕਰੋ। ਵੱਧ ਤੋਂ ਵੱਧ ਅਸੀਂ ਆਪਣੇ ਬੱਚਿਆਂ ਨੂੰ ਗੁਰੂ ਘਰਾਂ ਦੇ ਨਾਲ ਜੋੜੀਏ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਗੁਰਬਾਣੀ ਦੇ ਸਿੱਖਿਆ ਜੋ ਹੈ ਗੁਰੂ ਦੁਆਰੇ ਹੋਏ ਸੋਝੀ ਪਾਈ ਸੀ ਵੀ ਗੁਰਦੁਆਰੇ ਹੋ ਕਰਕੇ ਹੀ, ਗੁਰਦੁਆਰੇ ਆਣ ਕਰਕੇ ਹੀ ਅਸੀਂ ਆਪਣੇ ਜੀਵਨ ਦੇ ਬਾਰੇ ਅਸਲੀ ਸੋਝੀ ਪ੍ਰਾਪਤ ਕਰ ਸਕਦੇ ਹਾਂ। ਹੋਰ ਸੋਝੀ ਨੂੰ ਪ੍ਰਾਪਤ ਕਰਕੇ ਆਪਣਾ ਜੀਵਨ ਸਫਲ ਕਰੀਏ ਜੀ। ਆਪ ਜੀ ਬਾਹਰਲੇ ਪਾਸੇ ਨਾਲ ਹੀ ਸਾਹਮਣੇ ਨਿਸ਼ਾਨ ਸਾਹਿਬ ਦੇਖ ਰਹੇ ਹੋ, ਜੋ ਬੜਾ ਹੀ ਉੱਚਾ ਨਿਸ਼ਾਨ ਸਾਹਿਬ ਦੂਰੋਂ ਹੀ ਨਜ਼ਰ ਆ ਰਿਹਾ ਹੈ ਤੇ ਇਸ ਨੂੰ ਦੇਖ ਕਰਕੇ ਵੀ ਸੰਗਤਾਂ ਜਿਹੜੀਆਂ ਨੇ ਇਸ ਗੱਲ ਦੀ ਜਾਣਕਾਰੀ ਪ੍ਰਾਪਤ ਕਰ ਸਕਦੀਆਂ ਨੇ ਕਿ ਇੱਥੇ ਇਤਿਹਾਸਕ ਗੁਰੂ ਘਰ ਹੈ। ਅਸੀਂ ਆਉਂਦੇ ਹੋਏ ਇੱਥੇ ਦਰਸ਼ਨ ਕਰਕੇ ਜਾਵਾਂਗੇ ਤੇ ਇਸ ਗੁਰੂ ਘਰ ਦੇ ਵਿੱਚ ਜਿੱਥੇ ਇਹ ਗੁਰੂ ਦਰਬਾਰ ਦੀ ਇਮਾਰਤ ਬਣੀ ਹੋਈ ਹੈ, ਇੱਥੇ ਜਗ੍ਹਾ ਥੋੜ੍ਹੀ ਘੱਟ ਹੋਣ ਦੇ ਕਾਰਨ ਗੁਰੂ ਕੇ ਲੰਗਰ ਜਿਹੜੇ ਨੇ ਉਹ ਥੋੜ੍ਹੇ ਵੱਖ ਨੇ। ਉਹ ਸਾਹਮਣੇ ਨਜ਼ਰ ਆ ਰਹੇ ਨੇ ਮੇਰੇ ਪਾਸੋਂ, ਆਪ ਜੀ ਦੇਖ ਰਹੇ ਹੋਵੋਗੇ ਲਿਖਿਆ ਹੋਇਆ ਲੰਗਰ ਹਾਲ ਗੁਰਦੁਆਰਾ 6ਵੀਂ ਪਾਤਸ਼ਾਹੀ ਹਰੀਆਬਾਦ। ਉਹ ਸਥਾਨ ਗੁਰੂ ਕੇ ਲੰਗਰ ਨੇ
ਜਿੱਥੇ ਕੁਝ ਪਿਆਰਿਆਂ ਨੇ ਸੰਗਤ ਵੱਲੋਂ ਇਹ ਸਥਾਨ ਜੋ ਜਗ੍ਹਾ ਹੈ ਇਹ ਦਿੱਤੀ ਗਈ ਤੇ ਇੱਥੇ ਗੁਰੂ ਕੇ ਲੰਗਰ ਹਾਲ ਤਿਆਰ ਹੋਏ ਨੇ। ਇੱਥੇ ਹੀ ਗੁਰੂ ਕੇ ਲੰਗਰ ਵਰਤਦੇ ਨੇ ਜਦੋਂ ਕੋਈ ਪੁਰਬ ਹੋਇਆ ਕਰਦਾ ਹੈ, ਕੋਈ ਦਿਨ ਦਿਹਾੜਾ ਹੋਇਆ ਕਰਦਾ ਹੈ। ਸੰਗਤਾਂ ਗੁਰੂ ਘਰ ਦੇ ਵਿੱਚ ਲੰਗਰ ਤਿਆਰ ਕਰਕੇ ਇਸ ਲੰਗਰ ਹਾਲ ਦੇ ਵਿੱਚ ਵਰਤਾਉਂਦੀਆਂ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਸ ਸਥਾਨ ਤੇ ਬੜੀ ਕਿਰਪਾ ਹੈ। ਸੋ ਆਓ ਸੰਗਤਾਂ ਦੇ ਸਮੇਤ ਇਸ ਗੁਰੂ ਘਰ ਦੇ ਦਰਸ਼ਨ ਕਰਨ ਦੀ ਕੋਸ਼ਿਸ਼ ਕਰੀਏ। ਜੀਵਨ ਦੇ ਵਿੱਚ ਕੋਈ ਇਹੋ ਜਿਹਾ ਸਥਾਨ ਨਾ ਰਹਿ ਜਾਵੇ ਜਿਸ ਸਥਾਨ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਚਰਨ ਪਾਏ ਹੋਣ ਤੇ ਅਸੀਂ ਉਸ ਸਥਾਨ ਦੇ ਦਰਸ਼ਨ ਨਾ ਕਰ ਸਕੀਏ। ਸੋ ਇਹ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਆਓ ਇਸੇ ਹੀ ਪ੍ਰਕਾਰ ਹੁਣ ਥੱਲੇ ਜਾ ਕਰਕੇ ਵੀ ਆਪਾਂ ਇਰਦ ਗਿਰਦ ਦੇ ਦਰਸ਼ਨ ਕਰਾਂਗੇ ਜੀ।